ਬਾਪ, ਬੇਟਾ ਅਤੇ ਰੂਹ ਪਾਕ ਦੇ ਨਾਮ ਤੇ ਆਮੀਨ। ਪ੍ਰਭੂ ਯਿਸੂ ਮਸੀਹ ਦੇ ਵਿੱਚ ਮੇਰੇ ਬਹੁਤ ਹੀ ਪਿਆਰੇ ਭਰਾਓ, ਭੈਣੋ ਅਤੇ ਬੱਚਿਓ, ਸਾਰਿਆਂ ਨੂੰ ਯਿਸੂ ਮਸੀਹ ਦੀ ਅੱਜ ਇੱਕ ਵਾਰ ਫਿਰ ਮੈਂ ਤੁਹਾਡੇ ਸਾਰਿਆਂ ਦੇ ਸਾਹਮਣੇ ਪ੍ਰਭੂ ਦੇ ਪਾਕ ਅਤੇ ਪਵਿੱਤਰ ਵਚਨਾਂ ਦੇ ਰਾਹੀਂ ਗੱਲਬਾਤ ਕਰਨ ਲਈ ਜਾ ਰਿਹਾ ਹਾਂ। ਔਰ ਅੱਜ ਦਾ ਵਿਸ਼ਾ ਇਹ ਹੈ, ਪ੍ਰਭੂ ਯਿਸੂ ਮਸੀਹ ਸਾਡੇ ਜੀਵਨ ਦਾ ਰਸਤਾ ਹੈ। ਆਓ ਅਸੀਂ ਜਦੋਂ ਪ੍ਰਭੂ ਦੇ ਪਾਕ ਪਵਿੱਤਰ ਵਚਨਾਂ ਨੂੰ ਪੜ੍ਹਾਂਗੇ, ਸੰਤ यूहन्ना ਦੀ ਅੰਜੀਲ ਉਹਦਾ 14 ਅਧਿਆਇ ਉਹਦੀ 6 ਆਇਤ ਅਸੀਂ ਪੜ੍ਹੀਏ ਤੇ ਉਹਦੇ ਵਿੱਚ ਲਿਖਿਆ ਹੈ, ਪ੍ਰਭੂ ਯਿਸੂ ਮਸੀਹ ਨੇ ਉਸ ਨੂੰ ਉੱਤਰ ਦਿੱਤਾ, ਮੈਂ ਹੀ ਰਾਹ ਹਾਂ, ਮੈਂ ਹੀ ਸੱਚ, ਮੈਂ ਹੀ ਜੀਵਨ ਹਾਂ। ਮੇਰੇ ਤੋਂ ਬਿਨਾਂ ਕੋਈ ਵੀ ਪਿਤਾ ਦੇ ਕੋਲ ਪਹੁੰਚ ਨਹੀਂ ਸਕਦਾ। ਇੱਕ ਵਾਰ ਦੀ ਗੱਲ ਹੈ ਕਿ ਇੱਕ ਧਰਮੀ ਆਦਮੀ ਜੋ ਪ੍ਰਭੂ ਯਿਸੂ ਮਸੀਹ ਦਾ ਪ੍ਰਚਾਰ ਕਰਦਾ ਸੀ ਤੇ ਉਸਨੇ ਬਹੁਤ ਸਾਰੀਆਂ ਰੂਹਾਂ ਨੂੰ ਬਚਾਇਆ ਸੀ, ਪਰ ਉਸ ਦੇ ਬਾਰੇ ਕਿਹਾ ਜਾਂਦਾ ਹੈ ਕਿ ਉਸ ਦੀ ਬੀਤੀ ਹੋਈ ਜ਼ਿੰਦਗੀ ਦੇ ਬਾਰੇ ਕੋਈ ਨਹੀਂ ਜਾਣਦਾ ਸੀ। ਕਹਿੰਦੇ ਜਦੋਂ ਉਹ ਨੌਜਵਾਨ ਲੜਕਾ ਸੀ ਤਾਂ ਉਸਨੇ ਪ੍ਰਭੂ ਤੇ ਕਦੀ ਵਿਸ਼ਵਾਸ ਨਹੀਂ ਕੀਤਾ ਸੀ ਅਤੇ ਨਾ ਹੀ ਉਹਨੇ ਕਦੀ ਪਵਿੱਤਰ ਬਾਈਬਲ ਨੂੰ ਪੜ੍ਹਿਆ ਸੀ, ਨਾ ਹੀ ਉਹਨੇ ਕਦੀ ਪ੍ਰਾਰਥਨਾ ਕੀਤੀ ਸੀ ਅਤੇ ਇੱਕ ਬਹੁਤ ਹੀ ਭੈੜੀ ਜ਼ਿੰਦਗੀ ਉਹ ਗੁਜ਼ਾਰ ਰਿਹਾ ਸੀ। ਅਤੇ ਉਹਦੀ ਮਾਂ ਜੋ ਵਿਧਵਾ ਸੀ, ਉਸ ਨੂੰ ਅਕਸਰ ਹੀ ਕਹਿੰਦੀ ਸੀ, ਬੇਟਾ ਤੂੰ ਆਪਣੇ ਬੁਰੇ ਕੰਮਾਂ ਨੂੰ ਛੱਡ, ਪ੍ਰਭੂ ਯਿਸੂ ਮਸੀਹ ਤੇ ਵਿਸ਼ਵਾਸ ਕਰ। ਪਰ ਪਿਆਰੇ ਭਰਾ ਤੇ ਭੈਣੋ, ਉਸ ਲੜਕੇ ਨੇ ਆਪਣੀ ਮਾਂ ਦੇ ਕਹੇ ਅਨੁਸਾਰ ਨਹੀਂ ਕੀਤਾ। ਮਾਂ ਦੀ ਕੋਈ ਗੱਲ ਨੂੰ ਸੁਣਦਾ ਨਹੀਂ ਸੀ, ਨਾ ਹੀ ਉਹਦੀ ਗੱਲ ਨੂੰ ਮੰਨਦਾ ਸੀ। ਉਸਨੇ ਆਪਣੇ ਜੀਵਨ ਦਾ ਹਰ ਇੱਕ ਦਿਨ ਐਸ਼ੋ ਆਰਾਮ ਵਿੱਚ ਗੁਜ਼ਾਰਿਆ। ਉਸ ਦੀ ਮਾਂ ਨੇ ਉਸ ਦੇ ਲਈ ਬਹੁਤ ਸਾਰੀਆਂ ਦੁਆਵਾਂ ਕੀਤੀਆਂ, ਪ੍ਰਾਰਥਨਾਵਾਂ ਕੀਤੀਆਂ ਅਤੇ ਅਕਸਰ ਹੀ ਕਹਿੰਦੀ ਹੁੰਦੀ ਸੀ ਕਿ ਤੂੰ ਆਪਣੀ ਜ਼ਿੰਦਗੀ ਨੂੰ ਬਦਲ ਲੈ ਮੇਰੇ ਬੇਟਾ। ਇੱਕ ਦਿਨ ਉਹ ਲੜਕਾ ਆਪਣੀ ਮਾਂ ਦੇ ਇਹੋ ਜਿਹੀਆਂ ਗੱਲਾਂ ਤੋਂ ਤੰਗ ਆ ਕੇ ਆਪਣੇ ਘਰ ਨੂੰ ਛੱਡਣ ਦਾ ਫੈਸਲਾ ਕਰ ਲਿਆ। ਮਾਂ ਬੜੀ ਰੋਈ, ਮਾਂ ਬੜੀ ਦੁਖੀ ਸੀ, ਬੇਟਾ ਤੂੰ ਇਹ ਕਦਮ ਨਾ ਚੁੱਕ। ਪਰ ਉਹ ਲੜਕਾ ਆਪਣੀ ਮਾਂ ਦੀ ਗੱਲ ਨੂੰ ਨਹੀਂ ਸੁਣਦਾ। ਉਸਨੇ ਆਪਣੀ ਮਾਂ ਦੀ ਕੋਈ ਪਰਵਾਹ ਨਾ ਕੀਤੀ ਅਤੇ ਆਪਣਾ ਸਮਾਨ ਚੁੱਕ ਕੇ, ਜੋ ਵੀ ਉਸ ਨੂੰ ਚਾਹੀਦਾ ਸੀ, ਜ਼ਰੂਰੀ ਚੀਜ਼ਾਂ, ਆਪਣੇ ਲੀੜੇ ਕੱਪੜੇ ਚੁੱਕ ਕੇ ਘਰੋਂ ਚਲਾ ਗਿਆ। ਤੇ ਪਿਆਰੇ ਭਰਾ ਤੇ ਭੈਣੋ, ਉਹਦੀ ਮਾਂ ਕਹਿੰਦੀ ਹੈ, ਬੇਟਾ ਜਦੋਂ ਤੇਰੇ ਜ਼ਿੰਦਗੀ ਦੇ ਵਿੱਚ ਕੋਈ ਮੁਸ਼ਕਲ ਆਵੇ, ਪਰੇਸ਼ਾਨੀ ਆਵੇ, ਤੂੰ ਆਪਣੇ ਮਾਂ ਦੇ ਪਰਮੇਸ਼ਰ ਨੂੰ ਯਾਦ ਕਰਨਾ, ਉਹ ਤੈਨੂੰ ਬਚਾਵੇਗਾ। ਉਸਨੇ ਜਲਦੀ ਨਾਲ ਆਪਣੇ ਮਾਂ ਦੇ ਇਹਨਾਂ ਸ਼ਬਦਾਂ ਨੂੰ ਸੁਣਦੇ ਸਾਰ ਹੀ ਘਰ ਤੋਂ ਬਾਹਰ ਚਲਾ ਗਿਆ। ਆਪਣਾ ਘਰ ਛੱਡਣ ਤੋਂ ਬਾਅਦ ਉਹ ਹੋਰ ਵੀ ਜ਼ਿਆਦਾ ਭੈੜਿਆਂ ਕੰਮਾਂ ਦੇ ਵਿੱਚ ਫਸ ਗਿਆ। ਉਹ ਆਪਣੇ ਜੀਵਨ ਤੋਂ ਸੰਤੁਸ਼ਟ ਨਹੀਂ ਸੀ, ਯਾਨੀ ਕਿ ਆਪਣੇ ਜੀਵਨ ਤੋਂ ਖੁਸ਼ ਨਹੀਂ ਸੀ। ਉਹਦੇ ਜੀਵਨ ਦੇ ਵਿੱਚ ਖੋਖਲਾਪਨ ਸੀ। ਉਹਦੀ ਦੋਸਤੀ ਵੀ ਭੈੜਿਆਂ ਲੋਕਾਂ ਦੇ ਨਾਲ ਸੀ। ਬੇਸ਼ੱਕ ਉਹਦੇ ਕੋਲ ਪੈਸਾ ਸੀ। ਜਦੋਂ ਆਖਰ ਪੈਸਾ ਖਤਮ ਹੋ ਗਿਆ ਤੇ ਇੱਕ ਦਿਨ ਉਹ ਬੜਾ ਉਦਾਸ ਹੋਇਆ। ਉਹ ਆਪਣੇ ਜੀਵਨ ਨੂੰ ਖਤਮ ਕਰਨਾ ਚਾਹੁੰਦਾ ਸੀ। ਜਿਸ ਹੋਟਲ ਦੇ ਵਿੱਚ ਉਹ ਰਹਿ ਰਿਹਾ ਸੀ, ਉਸ ਹੋਟਲ ਦੇ ਵਿੱਚ ਉਸਨੇ ਇੱਕ ਰੱਸੀ ਦਾ ਇੰਤਜ਼ਾਮ ਕੀਤਾ ਅਤੇ ਜੋ ਪੱਖੇ ਦੇ ਨਾਲ ਰੱਸੀ ਨੂੰ ਬੰਨ੍ਹ ਕੇ ਫਾਹ ਲੈਣ ਕੇ ਦੁਆਰਾ ਆਪਣੇ ਜੀਵਨ ਨੂੰ ਖਤਮ ਕਰਨਾ ਚਾਹੁੰਦਾ ਸੀ, ਯਾਨੀ ਕਿ ਮਰਨਾ ਚਾਹੁੰਦਾ ਸੀ, ਸੁਸਾਈਡ ਕਰਨਾ ਚਾਹੁੰਦਾ ਸੀ। ਲੇਕਿਨ ਅਚਾਨਕ ਉਸ ਨੂੰ ਆਪਣੀ ਮਾਂ ਦੇ ਵਚਨ ਯਾਦ ਆਏ ਕਿ ਬੇਟਾ ਜਦੋਂ ਤੂੰ ਆਪਣੇ ਜੀਵਨ ਦੇ ਵਿੱਚ ਉਦਾਸ ਹੋਵੇਂਗਾ, ਪਰੇਸ਼ਾਨ ਹੋਵੇਂਗਾ, ਤੇ ਆਪਣੇ ਮਾਂ ਦੇ ਪਰਮੇਸ਼ਰ ਨੂੰ ਯਾਦ ਕਰਨਾ, ਉਹ ਤੈਨੂੰ ਬਚਾਵੇਗਾ। ਤੇ ਪਿਆਰੇ ਭਰਾ ਤੇ ਭੈਣੋ, ਉਸਨੇ ਯਾਦ ਕੀਤਾ ਕਿ ਪ੍ਰਭੂ ਯਿਸੂ ਮਸੀਹ, ਮੇਰੀ ਮਾਂ ਪ੍ਰਭੂ ਯਿਸੂ ਮਸੀਹ ਨੂੰ ਆਪਣਾ ਮੁਕਤੀਦਾਤਾ ਮੰਨਦੀ ਹੈ। ਇਸ ਲੜਕੇ ਨੇ ਪ੍ਰਭੂ ਯਿਸੂ ਦੇ ਅੱਗੇ ਦੁਆ ਕੀਤੀ ਕਿ ਪ੍ਰਭੂ ਜੀ, ਮੈਨੂੰ ਭੈੜਿਆਂ ਕੰਮਾਂ ਤੋਂ ਬਚਾ ਲਵੋ,
ਮੈਂ ਜੋ ਗਲਤ ਕਦਮ ਚੁੱਕਣ ਦੇ ਲਈ ਜਾ ਰਿਹਾ ਹਾਂ, ਮੈਨੂੰ ਬਚਾ ਲਓ। ਤੇ ਕਹਿੰਦੇ ਅਚਾਨਕ ਉਹਦੇ ਮਨ ਵਿੱਚ ਇੱਕ ਚੰਗਾ ਵਿਚਾਰ ਆਇਆ ਅਤੇ ਉਸਨੇ ਆਪਣੇ ਆਪ ਨੂੰ ਫਾਹ ਲੈਣ ਤੋਂ ਬਚਾ ਲਿਆ। ਹੁਣ ਉਹ ਆਦਮੀ ਇੱਕ ਚੰਗਾ ਇਨਸਾਨ ਬਣ ਗਿਆ। ਕਿਹਾ ਜਾਂਦਾ ਹੈ ਕਿ ਠੀਕ ਉਸੇ ਸਮੇਂ ਪ੍ਰਭੂ ਯਿਸੂ ਮਸੀਹ ਕੇ ਜਦੋਂ ਉਸਨੇ ਪ੍ਰਾਰਥਨਾ ਕੀਤੀ ਅਤੇ ਪ੍ਰਭੂ ਨੇ ਉਸ ਦੀ ਪ੍ਰਾਰਥਨਾ ਨੂੰ ਸੁਣਿਆ, ਉਸ ਦਿਨ ਤੋਂ ਉਸ ਦੀ ਜ਼ਿੰਦਗੀ ਵਿੱਚ ਸਭ ਕੁਝ ਨਵਾਂ ਬਣ ਗਿਆ। ਪ੍ਰਭੂ ਉਸ ਦੇ ਲਈ ਰਾਹ, ਸੱਚ ਅਤੇ ਜੀਵਨ ਬਣ ਗਿਆ। ਠੀਕ ਜਿਸ ਤਰ੍ਹਾਂ ਮੈਂ ਸੰਤ ਯਹੋਨਾ ਦੀ ਇੰਜੀਲ ਉਹਦਾ 14 ਅਧਿਆਏ ਉਹਦੀ 6 ਆਇਤ ਪੜ੍ਹੀਏ ਤਾਂ ਉਹਦੇ ਵਿੱਚ ਪ੍ਰਭੂ ਜੀ ਦੱਸਦੇ ਹਨ ਕਿ ਮੈਂ ਹੀ ਰਾਹ, ਮੈਂ ਹੀ ਸੱਚ ਅਤੇ ਮੈਂ ਹੀ ਜੀਵਨ ਹਾਂ। ਪ੍ਰਭੂ ਸਾਡੇ ਲਈ ਰਾਹ ਹੈ, ਪ੍ਰਭੂ ਸਾਡੇ ਲਈ ਜੀਵਨ ਹੈ। ਪ੍ਰਭੂ ਸਦਾ ਆਪਣੇ ਲੋਕਾਂ ਨੂੰ ਇੱਕ ਨਵੀਂ ਜ਼ਿੰਦਗੀ ਦੇਣਾ ਚਾਹੁੰਦਾ ਹੈ। ਪ੍ਰਭੂ ਸਾਡੇ ਲਈ ਮਾਰਗਦਰਸ਼ਕ ਬਣਨਾ ਚਾਹੁੰਦਾ ਹੈ। ਜੇਕਰ ਅਸੀਂ ਪ੍ਰਭੂ ਦੇ ਵਿੱਚ ਰਹਿ ਕੇ ਜੀਵਨ ਗੁਜ਼ਾਰਦੇ ਹਾਂ, ਜਦੋਂ ਅਸੀਂ ਉਤਪਤ ਗ੍ਰੰਥ ਪੜ੍ਹਦੇ ਹਾਂ ਪੁਰਾਣੇ ਆਤਨਾਮੇ ਦੇ ਵਿੱਚ ਉਹਦਾ 15 ਅਧਿਆਇ ਉਹਦੀ 1 ਆਇਤ ਉਹਦੇ ਵਿੱਚ ਲਿਖਿਆ ਹੈ ਕਿ ਪਰਮੇਸ਼ਵਰ ਦਾ ਅਬਰਾਹਮ ਦੇ ਨਾਲ ਨੇਮ ਬੰਨਣਾ। ਕਿਸ ਤਰ੍ਹਾਂ ਪ੍ਰਭੂ ਆਪਣੇ ਚੁਣੇ ਹੋਏ ਦਾਸ ਅਬਰਾਹਮ ਨੂੰ ਆਸ਼ੀਸ਼ ਦਿੰਦਾ ਹੈ, ਬਰਕਤ ਦਿੰਦਾ ਹੈ। ਜਦੋਂ ਅਸੀਂ ਉਤਪਤ ਦਾ ਗ੍ਰੰਥ ਪੜ੍ਹੀਏ, ਇਸ ਦੇ ਪਿੱਛੋਂ ਪ੍ਰਭੂ ਨੇ ਅਬਰਾਹਮ ਨੂੰ ਦਰਸ਼ਨ ਦੇ ਕੇ ਕਿਹਾ, ਅਬਰਾਹਮ ਕਿਸੇ ਤਰ੍ਹਾਂ ਦਾ ਡਰ ਨਾ ਰੱਖ, ਮੈਂ ਤੇਰੀ ਹਰ ਖਤਰੇ ਤੋਂ ਰੱਖਿਆ ਕਰਾਂਗਾ ਤੇ ਤੈਨੂੰ ਬਦਲੇ ਵਿੱਚ ਬਹੁਤ ਮਿਲੇਗਾ। ਪ੍ਰਭੂ ਉਹਨਾਂ ਭੈਣ ਭਰਾਵਾਂ ਨੂੰ ਆਸ਼ੀਸ਼ ਦਿੰਦਾ ਹੈ ਜੋ ਉਹਦੇ ਉੱਤੇ ਵਿਸ਼ਵਾਸ ਰੱਖਦੇ ਹਨ। ਫਿਰ ਪ੍ਰਭੂ ਉਹਨਾਂ ਦੇ ਲਈ ਰਾਹ ਬਣ ਜਾਂਦਾ ਹੈ, ਸੱਤ ਬਣ ਜਾਂਦਾ, ਜੀਵਨ ਬਣ ਜਾਂਦਾ ਹੈ। ਖੁਦਾ ਦੀ ਬਾਣੀ 'ਚ ਲਿਖਿਆ ਹੈ ਕਿ ਪ੍ਰਭੂ ਸਾਡੇ ਲਈ ਰਾਹ ਹੈ। ਪਰਮੇਸ਼ਰ ਆਪਣੇ ਚੁਣਿਆ ਹੋਇਆਂ ਦੀ ਰੱਖਿਆ ਅਤੇ ਉਹਨਾਂ ਤੇ ਕਿਰਪਾ ਕਰਦਾ ਹੈ। ਸੰਤ ਅਗਸਟਿਨ ਲਿਖਦੇ ਹਨ, ਐ ਮੇਰੇ ਪਰਮੇਸ਼ਰ, ਸਾਡਾ ਦਿਲ ਬੇਚੈਨ ਰਹਿੰਦਾ ਹੈ ਜਿੰਨਾ ਤੱਕ ਕਿ ਅਸੀਂ ਤੇਰੇ ਵਿੱਚ ਨਾ ਰਹੀਏ। ਸਾਡਾ ਦਿਲ ਜੋ ਬੇਚੈਨ ਰਹਿੰਦਾ ਹੈ ਜਿੰਨਾ ਤੱਕ ਸਾਡੀ ਰੂਹ, ਸਾਡਾ ਦਿਲ ਪ੍ਰਭੂ ਦੇ ਵਿੱਚ ਨਹੀਂ ਹੈ। ਜਦੋਂ ਅਸੀਂ ਪ੍ਰਭੂ ਦੇ ਵਿੱਚ ਰਹਿੰਦੇ ਹਾਂ ਤਾਂ ਸਾਡੀ ਸਾਰੀ ਬੇਚੈਨੀ, ਸਾਡਾ ਸਾਰਾ ਉਦਾਸ ਵਾਲਾ ਜੀਵਨ ਖਤਮ ਹੋ ਜਾਂਦਾ ਹੈ। ਇਨਸਾਨੀ ਰੂਹ ਹਮੇਸ਼ਾ ਬੇਚੈਨ ਰਹਿੰਦੀ ਜਦ ਤੱਕ ਕਿ ਇਹ ਖੁਦਾ ਵਿੱਚ ਨਾ ਰਹੇ। ਕਈ ਵਾਰ ਅਸੀਂ ਆਪਣੇ ਪਾਪ ਭਰੀ ਜ਼ਿੰਦਗੀ ਕਾਰਨ ਪਰਮੇਸ਼ਰ ਨੂੰ ਨਹੀਂ ਮਿਲ ਸਕਦੇ। ਪਰਮੇਸ਼ਰ ਦੀਆਂ ਬਰਕਤਾਂ ਸਾਨੂੰ ਨਹੀਂ ਮਿਲਦੀਆਂ। ਉਹ ਸਾਨੂੰ ਕਦੀ ਪਾਪ ਵਿੱਚ ਨਹੀਂ ਰਹਿਣ ਦਿੰਦਾ। ਬਹੁਤ ਵਾਰੀ ਅਸੀਂ ਆਪਣੇ ਕੰਮਾਂ ਦੇ ਕਾਰਨ ਹੀ ਦੁੱਖ ਝੱਲਦੇ ਹਾਂ। ਇਹ ਸੱਚਾਈ ਹੈ ਭੈਣਾਂ ਤੇ ਭਰਾਓ। ਪ੍ਰਭੂ ਸਾਨੂੰ ਕਦੀ ਵੀ ਇਹ ਨਹੀਂ ਸੋਚਦਾ ਕਿ ਅਸੀਂ ਗਲਤ ਰਸਤੇ ਉੱਤੇ ਚੱਲੀਏ। ਪ੍ਰਭੂ ਕਦੀ ਵੀ ਨਹੀਂ ਸੋਚਦਾ ਸਾਡੇ ਉੱਤੇ ਦੁੱਖ ਆਉਣ। ਪਰ ਕੀ ਹੁੰਦਾ ਹੈ, ਕਈ ਵਾਰ ਇਨਸਾਨ ਪ੍ਰਭੂ ਨੂੰ ਮੰਨਦਾ ਨਹੀਂ ਹੈ, ਉਹਦੀਆਂ ਗੱਲਾਂ ਤੇ ਵਿਸ਼ਵਾਸ ਨਹੀਂ ਕਰਦਾ ਤੇ ਅਸੀਂ ਫਿਰ ਬੁਰੇ ਰਾਹਾਂ ਦੇ ਵਿੱਚ ਜਾਂਦੇ ਹਾਂ। ਰੋਮੀਆਂ ਦਾ ਪੱਤਰ ਉਹਦਾ 5 ਅਧਿਆਏ 8 ਤੋਂ ਲੈ ਕੇ 9 ਤੱਕ ਉਹਦੇ ਵਿੱਚ ਵਚਨ ਲਿਖਿਆ ਹੈ। ਸੰਤ ਪੌਲੁਸ ਰਸੂਲ ਆਖਦੇ ਹਨ ਕਿ ਪ੍ਰਭੂ ਯਿਸੂ ਮਸੀਹ ਸਾਡੇ ਪਾਪਾਂ ਦੇ ਬਦਲੇ ਕੁਰਬਾਨ ਹੋਏ ਹਨ। ਸਾਡੇ ਪਾਪਾਂ ਦੇ ਕਾਰਨ ਪ੍ਰਭੂ ਯਿਸੂ ਮਸੀਹ ਨੇ ਆਪਣਾ ਜੀਵਨ ਜੋ ਕੁਰਬਾਨ ਕੀਤਾ ਹੈ। ਅਸੀਂ ਉਸ ਦੇ ਲਹੂ ਦੁਆਰਾ ਬਚਾਏ ਗਏ ਹਾਂ। ਖੁਦਾ ਦੀ ਬਾਣੀ ਵਿੱਚ ਲਿਖਿਆ ਹੈ ਕਿ ਸੰਤ ਪੌਲੁਸ ਰਸੂਲ ਆਖਦੇ ਹਨ ਕਿ ਪ੍ਰਭੂ ਯਿਸੂ ਮਸੀਹ ਸਾਡੇ ਪਾਪਾਂ ਦੇ ਬਦਲੇ ਕੁਰਬਾਨ ਹੋਏ ਹਨ ਅਤੇ ਅਸੀਂ ਉਸ ਦੇ ਲਹੂ ਦੁਆਰਾ ਬਚਾਏ ਗਏ ਹਾਂ। ਪੁਰਾਣੇ ਐਤਨਾਮਾ ਫਿਰ ਅਸੀਂ ਪੜ੍ਹੀਏ ਭਜਨ 27 ਉਹਦੀ 11 ਐਤ। ਦਾਊਦ ਨਬੀ ਕਹਿੰਦੇ ਹਨ, ਪ੍ਰਭੂ ਅੱਗੇ ਪ੍ਰਾਰਥਨਾ ਕਰਦੇ ਹਨ ਕਿ ਪ੍ਰਭੂ ਸਾਨੂੰ ਸਹੀ ਰਸਤਾ ਦਿਖਾ। ਦਾਊਦ ਨਬੀ ਪਰਮੇਸ਼ਰ ਦੇ ਅੱਗੇ ਦੁਆ ਕਰਦੇ, ਖੁਦਾ ਸਾਨੂੰ ਸਹੀ ਰਸਤਾ ਦਿਖਾ। ਪ੍ਰਭੂ ਕਹਿੰਦਾ ਹੈ, ਮੈਂ ਰਾਹ ਹਾਂ, ਮੈਂ ਸੱਚ ਹਾਂ, ਮੈਂ ਜੀਵਨ ਹਾਂ ਅਤੇ ਉਹ ਸਾਡੀ ਰੱਖਿਆ ਕਰਦਾ ਹੈ। ਜਿਸ ਤਰ੍ਹਾਂ ਲਿਖਿਆ ਹੈ, ਪ੍ਰਭੂ ਜੀ ਕਹਿੰਦੇ ਹਨ ਕਿ ਮੈਂ ਆਪਣੇ ਸਵਰਗਦੂਤਾਂ ਨੂੰ ਭੇਜਾਂਗਾ ਅਤੇ ਉਹ ਤੁਹਾਡੇ ਰਾਹਾਂ ਦੀ ਰੱਖਿਆ ਕਰਨਗੇ। ਇਹ ਵਿਸ਼ਵਾਸ ਵਾਲੀਆਂ ਗੱਲਾਂ ਹਨ ਭੈਣੇ ਤੇ ਭਰਾਓ। ਪ੍ਰਭੂ ਸਾਡੀ ਰੱਖਿਆ ਕਰਦਾ ਹੈ, ਪ੍ਰਭੂ ਸਾਡਾ ਖਿਆਲ ਰੱਖਦਾ ਹੈ, ਪ੍ਰਭੂ ਸਾਡੇ ਨਾਲ ਰਹਿੰਦਾ ਹੈ। ਇਸ ਲਈ ਹਮੇਸ਼ਾ ਪ੍ਰਭੂ ਦਾ ਧੰਨਵਾਦ ਕਰਨਾ ਆਪਣੇ ਜੀਵਨ ਦੇ ਵਿੱਚ। ਜਦੋਂ ਅਸੀਂ ਸੰਤ ਯਹੋਨਾ ਦੀ ਇੰਜੀਲ ਪੜ੍ਹਦੇ, ਉਹਦਾ 1 ਅਧਿਆਇ 17 ਐਤ ਵਿੱਚ ਵਚਨ ਲਿਖਿਆ ਹੈ, ਕਿਰਪਾ ਤੇ ਸਚਾਈ ਯਿਸੂ ਮਸੀਹ ਦੁਆਰਾ ਆਏ। ਕਿਰਪਾ, ਪ੍ਰਭੂ ਸਾਡੇ ਤੇ ਕਿਰਪਾ ਕਰਦਾ ਹੈ। ਸੰਤ ਯਹੋਨਾ ਦੀ ਇੰਜੀਲ ਉਹਦਾ 5 ਅਧਿਆਇ ਉਹਦੀ 33 ਐਤ ਵਿੱਚ ਵਚਨ ਲਿਖਿਆ ਹੈ ਕਿ ਸੰਤ ਯਹੋਨਾ ਨੇ ਪ੍ਰਭੂ ਯਿਸੂ ਮਸੀਹ ਦੀ ਗਵਾਹੀ ਦਿੱਤੀ।
ਅਤੇ ਪ੍ਰਭੂ ਜੀ ਕਹਿੰਦਾ ਹੈ ਜੋ ਇਨਸਾਨ ਮੇਰੀਆਂ ਗੱਲਾਂ ਮੇਰੀਆਂ ਆਗਿਆਵਾਂ ਨੂੰ ਮੰਨਦਾ ਹੈ ਜਾਂ ਉਹਦੇ ਅਨੁਸਾਰ ਚੱਲਦਾ ਹੈ ਤੇ ਉਹ ਮੇਰਾ ਚੇਲਾ ਬਣ ਜਾਂਦਾ ਹੈ। ਜੇ ਅਸੀਂ ਪ੍ਰਭੂ ਦੀਆਂ ਗੱਲਾਂ ਨੂੰ ਸੁਣਾਂਗੇ, ਸੰਤ ਯਹੋਨਾ ਦੀ ਇੰਜੀਲ 8 ਅਧਿਆਇ ਉਹਦੀ 31 ਤੋਂ ਐਤ ਲੈ ਕੇ 32 ਤੱਕ, ਜੋ ਇਨਸਾਨ ਮੇਰੀਆਂ ਗੱਲਾਂ ਨੂੰ ਸੁਣਦਾ ਹੈ, ਉਹਦੇ ਅਨੁਸਾਰ ਚੱਲਦਾ ਹੈ, ਉਹ ਇੱਕ ਸਮਝਦਾਰ ਇਨਸਾਨ ਹੈ, ਉਹ ਮੇਰਾ ਚੇਲਾ ਬਣ ਜਾਵੇਗਾ। ਪ੍ਰਭੂ ਯਿਸੂ ਮਸੀਹ ਜੀਵਨ ਹੈ। ਜੋ ਮੈਂ ਕਹਾਣੀ ਤੁਹਾਨੂੰ ਦੱਸੀ ਹੈ, ਉਸ ਕਹਾਣੀ ਦੇ ਮੁਤਾਬਿਕ ਜਦੋਂ ਪ੍ਰਭੂ ਯਿਸੂ ਮਸੀਹ ਉਸ ਜੋ ਪ੍ਰਚਾਰਕ ਦੀ ਜ਼ਿੰਦਗੀ ਦੇ ਵਿੱਚ ਆਏ ਤਾਂ ਉਸ ਦਾ ਜੀਵਨ ਬਦਲ ਗਿਆ। ਇਸ ਲਈ ਪ੍ਰਭੂ ਯਿਸੂ ਮਸੀਹ ਦੇ ਵਚਨ ਸਾਡੇ ਲਈ ਬਹੁਤ ਬਹੁਮੁੱਲੇ ਹਨ। ਪ੍ਰਭੂ ਜੀ ਕਹਿੰਦੇ ਹਨ ਕਿ ਜੋ ਮੇਰੇ ਉੱਤੇ ਵਿਸ਼ਵਾਸ ਕਰੇਗਾ ਉਹ ਨਾਸ਼ ਨਹੀਂ ਹੋਵੇਗਾ, ਸਗੋਂ ਅਨੰਤ ਜੀਵਨ ਪ੍ਰਾਪਤ ਕਰੇਗਾ। ਜੋ ਮੇਰੇ ਵਚਨਾਂ ਉੱਤੇ ਵਿਸ਼ਵਾਸ ਕਰੇਗਾ, ਜੋ ਪ੍ਰਭੂ ਤੇ ਵਿਸ਼ਵਾਸ ਕਰੇਗਾ, ਉਹਦਾ ਨਾਸ਼ ਨਹੀਂ ਹੋਵੇਗਾ, ਸਗੋਂ ਹਮੇਸ਼ਾ ਦਾ ਜੀਵਨ ਪ੍ਰਾਪਤ ਕਰੇਗਾ। ਕਿਹਾ ਜਾਂਦਾ ਹੈ ਕਿ ਜੋ ਵਿਅਕਤੀ ਪਵਿੱਤਰ ਬਾਈਬਲ ਨਹੀਂ ਪੜ੍ਹਦਾ ਜਾਂ ਉਸ ਦੇ ਬਾਰੇ ਨਹੀਂ ਜਾਣਦਾ, ਪ੍ਰਭੂ ਯਿਸੂ ਮਸੀਹ ਬਾਰੇ ਕੁਝ ਨਹੀਂ ਜਾਣਦਾ। ਇੱਕ ਵਾਰ ਫਿਰ ਮੈਂ ਕਹਿੰਦਾ ਹਾਂ ਕਿ ਜੋ ਵਿਅਕਤੀ ਪਵਿੱਤਰ ਬਾਈਬਲ ਨਹੀਂ ਜਾਣਦਾ, ਉਹ ਪ੍ਰਭੂ ਯਿਸੂ ਮਸੀਹ ਦੇ ਬਾਰੇ ਵੀ ਨਹੀਂ ਜਾਣਦਾ। Ignorance of the scripture is the ignorance of Christ। ਜਿੰਨਾ ਤੱਕ ਅਸੀਂ ਪ੍ਰਭੂ ਦੀ ਬਾਣੀ ਨੂੰ ਨਹੀਂ ਜਾਣਦੇ ਤਾਂ ਅਸੀਂ ਪ੍ਰਭੂ ਨੂੰ ਕਿਸ ਤਰ੍ਹਾਂ ਜਾਣ ਸਕਦੇ ਹਾਂ? ਇਹ ਤਾਂ ਇੱਕ ਸੱਚਾਈ ਹੈ। ਪਹਿਲਾਂ ਸਾਨੂੰ ਬਾਣੀ ਨੂੰ ਜਾਣਨਾ ਹੈ, ਫਿਰ ਅਸੀਂ ਪ੍ਰਭੂ ਨੂੰ ਜਾਣਨਾ ਹੈ। ਇਸ ਲਈ ਪ੍ਰਭੂ ਦੀ ਬਾਣੀ ਨੂੰ, ਪਵਿੱਤਰ ਬਾਈਬਲ ਨੂੰ, ਜੋ ਸਾਡਾ ਧਰਮ ਗ੍ਰੰਥ ਹੈ, ਹਰ ਰੋਜ਼ ਪੜ੍ਹਨਾ ਹੈ, ਉਹਦੇ ਉੱਤੇ ਵਿਸ਼ਵਾਸ ਕਰਨਾ ਹੈ, ਉਹਦੀਆਂ ਗੱਲਾਂ ਉੱਤੇ ਵਿਸ਼ਵਾਸ ਕਰਨਾ ਹੈ। ਫਿਰ ਅਸੀਂ ਸਾਡਾ ਸੰਬੰਧ ਪਰਮੇਸ਼ਰ ਦੇ ਨਾਲ ਪੂਰਨ ਹੋ ਜਾਵੇਗਾ। ਹਮੇਸ਼ਾ ਦੇ ਲਈ ਜੁੜਿਆ ਰਹਾਂਗੇ ਅਸੀਂ ਪ੍ਰਭੂ ਦੇ ਨਾਲ। ਖੁਦਾ ਦੀ ਬਾਣੀ ਵਿੱਚ ਲਿਖਿਆ ਹੈ ਕਿ ਪ੍ਰਭੂ ਨੇ ਆਪਣੇ ਸਵਰਗ ਵਿੱਚ ਉਠਾਏ ਜਾਣ ਤੋਂ ਪਹਿਲਾਂ ਚੇਲਿਆਂ ਨੂੰ ਆਪਣੇ ਕੋਲ ਬੁਲਾਇਆ ਅਤੇ ਸੰਤ ਪਤਰਸ ਨੂੰ ਕਿਹਾ, ਤੂੰ ਮੇਰੀਆਂ ਭੇਡਾਂ ਦੀ ਰਖਵਾਲੀ ਕਰਨਾ। ਪ੍ਰਭੂ ਯਿਸੂ ਮਸੀਹ ਨੇ ਆਪਣੇ ਚੇਲਿਆਂ ਨੂੰ ਜ਼ਿੰਮੇਵਾਰੀ ਦੇ ਦਿੱਤੀ ਅਤੇ ਉਹ ਅੱਜ ਸਾਰਿਆਂ ਨੂੰ ਇਹ ਜ਼ਿੰਮੇਵਾਰੀ ਮਿਲ ਗਈ ਜੋ ਪ੍ਰਭੂ ਦੇ ਲਈ ਪ੍ਰਚਾਰ ਕਰਦੇ ਹਨ, ਜੋ ਪ੍ਰਭੂ ਦੇ ਪ੍ਰਚਾਰਕ ਹਨ, ਜਿਨ੍ਹਾਂ ਨੂੰ ਪ੍ਰਭੂ ਨੇ ਚੁਣਿਆ ਹੈ। ਪ੍ਰਭੂ ਜੀ ਕਹਿੰਦੇ ਤੁਸੀਂ ਮੈਨੂੰ ਨਹੀਂ ਚੁਣਿਆ, ਮੈਂ ਤੁਹਾਨੂੰ ਚੁਣਿਆ ਹੈ ਅਤੇ ਨਿਯੁਕਤ ਕੀਤਾ ਹੈ, ਜਾਓ ਜਾ ਕੇ ਫਲਦਾਰ ਬਣੋ। ਹਰ ਇੱਕ ਇਨਸਾਨ ਦੀ ਜ਼ਿੰਮੇਵਾਰੀ ਹੈ ਕਿ ਅਸੀਂ ਪ੍ਰਭੂ ਯਿਸੂ ਦੇ ਬਾਰੇ ਪ੍ਰਚਾਰ ਕਰੀਏ। ਭੇਡਾਂ ਪ੍ਰਭੂ ਦੀ ਆਵਾਜ਼ ਨੂੰ ਪਛਾਣਦੀਆਂ ਹਨ। ਜੋ ਪ੍ਰਭੂ ਦੇ ਲੋਕ ਹਨ ਉਹ ਪ੍ਰਭੂ ਦੇ ਪਿੱਛੇ ਜਾਂਦੇ ਹਨ। ਇੱਕ ਵਾਰ ਦੀ ਗੱਲ ਹੈ ਕਿ ਬਹੁਤ ਸਮਾਂ ਪਹਿਲਾਂ ਦੀ ਗੱਲ ਹੈ ਕਿ ਕਿਸੇ ਗੁਫਾ ਦੇ ਵਿੱਚ ਦੋ ਚਰਵਾਹੇ ਇਕੱਠੇ ਸੌਂ ਰਹੇ ਸਨ। ਆਪਣੀਆਂ ਭੇਡਾਂ ਨੂੰ ਉਹਨਾਂ ਨੇ ਇਕੱਠਿਆਂ ਉੱਥੇ ਰਲਾ ਦਿੱਤਾ ਜਾਂ ਰੱਖ ਲਿਆ। ਤੋ ਜਦੋਂ ਸਵੇਰੇ ਉੱਠੇ, ਉਹਨਾਂ ਦੋਨਾਂ ਚਰਵਾਹਿਆਂ ਨੇ ਆਪਣੀਆਂ ਭੇਡਾਂ ਨੂੰ ਆਵਾਜ਼ ਮਾਰੀ ਅਤੇ ਉਹ ਭੇਡਾਂ ਆਪਣੇ ਚਰਵਾਹੇ ਦੀ ਆਵਾਜ਼ ਨੂੰ ਸੁਣ ਕੇ ਉਹਨਾਂ ਦੇ ਪਿੱਛੇ ਹੋ ਤੁਰੀਆਂ। ਇਸੇ ਤਰ੍ਹਾਂ ਸਾਡੀ ਜੀਵਨ ਹੈ। ਜਦੋਂ ਪ੍ਰਭੂ ਦੀ ਆਵਾਜ਼ ਸਾਨੂੰ ਸੁਣਾਈ ਦੇਵੇ, ਅਸੀਂ ਉੱਠਣਾ ਹੈ। ਜਿਸ ਤਰ੍ਹਾਂ ਸਾਮੂਅਲ ਨਬੀ ਪ੍ਰਭੂ ਦੀ ਆਵਾਜ਼ ਨੂੰ ਸੁਣਦਾ ਹੈ। ਸਾਮੂਅਲ ਨਬੀ ਨੂੰ ਪਰਮੇਸ਼ਰ ਦੀ ਆਵਾਜ਼ ਸੁਣਾਈ ਦਿੱਤੀ। ਸਾਮੂਅਲ ਨੇ ਕਿਹਾ, ਮੈਂ ਹਾਜ਼ਰ ਹਾਂ ਪ੍ਰਭੂ ਜੀ। ਏਲੀਆ ਦੇ ਕੋਲ ਜਾਂਦਾ, ਮੈਨੂੰ ਬਾਰ-ਬਾਰ ਆਵਾਜ਼ ਸੁਣਾਈ ਦੇ ਰਹੀ ਹੈ। ਕਿਹੜੀ ਆਵਾਜ਼ ਹੈ? ਏਲੀਆ ਨੇ ਕਿਹਾ ਕਿ ਜੇਕਰ ਹੁਣ ਤੈਨੂੰ ਆਵਾਜ਼ ਆਵੇ ਤਾਂ ਤੂੰ ਕਹਿਣਾ, ਬੋਲ ਪ੍ਰਭੂ ਤੇਰਾ ਦਾਸ ਸੁਣ ਰਿਹਾ ਹੈ। ਜੋ ਪ੍ਰਭੂ ਦੇ ਲੋਕ ਹਨ ਪ੍ਰਭੂ ਦੀ ਆਵਾਜ਼ ਨੂੰ ਸੁਣਦੇ ਹਨ। ਇਸ ਲਈ ਪ੍ਰਭੂ ਦੇ ਲੋਕ ਬਣ ਜਾਣਾ ਹੈ, ਪ੍ਰਭੂ ਦੇ ਵਿੱਚ ਬਣ ਜਾਣਾ ਹੈ। ਜਦੋਂ ਅਸੀਂ ਭਜਨ 23 ਪੜ੍ਹੀਏ, ਉਹਦੀ 2 ਐਤ ਵਿੱਚ ਲਿਖਿਆ ਹੈ ਵਚਨ, ਦਾਊਦ ਨਬੀ ਕਹਿੰਦਾ ਹੈ, ਪ੍ਰਭੂ ਮੇਰਾ ਚਰਵਾਹਾ ਹੈ, ਮੈਨੂੰ ਕਿਸੇ ਚੀਜ਼ ਦੀ ਥੋੜ ਨਹੀਂ ਹੋਵੇਗੀ। ਪ੍ਰਭੂ ਮੇਰਾ ਚਰਵਾਹਾ, ਮੈਨੂੰ ਕਿਸੇ ਚੀਜ਼ ਦੀ ਥੋੜ ਨਹੀਂ ਹੋਵੇਗੀ। ਆਓ ਭੈਣੇ ਤੇ ਭਰਾਓ, ਆਪਣੇ ਜੀਵਨ ਦੇ ਵਿੱਚ ਪ੍ਰਭੂ ਦੀਆਂ ਆਵਾਜ਼ ਨੂੰ, ਪ੍ਰਭੂ ਦੀ ਗੱਲਾਂ ਨੂੰ ਸੁਣੀਏ। ਪ੍ਰਭੂ ਸਾਨੂੰ ਹਰ ਤਰ੍ਹਾਂ ਦੀ ਖੁਸ਼ੀ ਅਤੇ ਜ਼ਿੰਦਗੀ ਦੇਣ ਦੇ ਲਈ ਆਇਆ ਹੈ। ਸੰਤ ਯਹੋਨਾ ਦੀ ਇੰਜੀਲ ਉਹਦਾ 10 ਅਧਿਆਇ ਉਹਦੀ 10 ਐਤ ਵਿੱਚ ਵਚਨ ਲਿਖਿਆ ਹੈ ਕਿ ਚੋਰ ਕੇਵਲ ਚੋਰੀ ਕਰਨ ਅਤੇ ਡਾਕਾ ਮਾਰਨ ਦੇ ਲਈ ਆਉਂਦਾ ਹੈ, ਪਰ ਮੈਂ ਇਸ ਲਈ ਆਇਆ ਹਾਂ ਕਿ ਤੁਹਾਨੂੰ ਜੀਵਨ ਮਿਲੇ ਅਤੇ ਜੀਵਨ ਹਮੇਸ਼ਾ ਦਾ ਮਿਲੇ। ਤੁਸੀਂ ਬਹੁਮੁੱਲਾ ਪ੍ਰਭੂ ਦੇ ਕੋਲੋਂ ਜੀਵਨ ਪ੍ਰਾਪਤ ਕਰੋ। ਮੇਰੀ ਦੁਆ ਹੈ ਸਭ ਲੋਕਾਂ ਦੇ ਲਈ, ਖਾਸ ਕਰਕੇ ਨੌਜਵਾਨ ਲੜਕੇ ਲੜਕੀਆਂ ਦੇ ਲਈ, ਕਿ ਪ੍ਰਭੂ ਦੀ ਆਵਾਜ਼ ਨੂੰ ਸੁਣਨਾ ਹੈ, ਆਪਣੇ ਬੁਰੇ ਕੰਮਾਂ ਨੂੰ ਛੱਡਣਾ ਹੈ, ਪ੍ਰਭੂ ਦੇ ਵੱਲ ਮੁੜਨਾ ਹੈ। ਪ੍ਰਭੂ ਦੇ ਲਈ ਕੰਮ ਕਰਨੇ ਹਨ। ਜੋ ਪ੍ਰਭੂ ਦੇ ਵਿੱਚ ਰਹਿ ਕੇ ਜੀਵਨ ਗੁਜ਼ਾਰਦਾ ਹੈ ਭੈਣੋ ਤੇ ਭਰਾਓ,
ਉਸ ਨੂੰ ਹਰ ਪ੍ਰਕਾਰ ਦੀ ਆਸ਼ੀਸ਼ ਤੇ ਬਰਕਤ ਮਿਲਦੀ ਹੈ। ਤੁਸੀਂ ਜੀਵਨ ਵਿੱਚ ਸਫਲਤਾ ਚਾਹੁੰਦੇ ਹੋ ਤਾਂ ਆਓ ਅਸੀਂ ਪ੍ਰਭੂ ਯਿਸੂ ਨੂੰ ਆਪਣਾ ਮੁਕਤੀਦਾਤਾ ਮੰਨੀਏ, ਪ੍ਰਭੂ ਦੇ ਅੱਗੇ ਪ੍ਰਾਰਥਨਾ ਕਰੀਏ। ਬੱਚੇ ਪ੍ਰਭੂ ਦੇ ਅੱਗੇ ਪ੍ਰਾਰਥਨਾ ਕਰਨ। ਅਕਲ ਅਤੇ ਬੁੱਧ ਦੇਣ ਵਾਲਾ ਪ੍ਰਭੂ ਹੈ। ਆਪਣੇ ਬੱਚਿਆਂ ਦੇ ਲਈ ਦੁਆ ਕਰੀਏ ਤਾਂ ਜੋ ਬੱਚੇ ਆਪਣੇ ਜੀਵਨ ਵਿੱਚ ਚੰਗੇ ਇਨਸਾਨ ਬਣ ਜਾਣ। ਹੁਣ ਜੋ ਕੁਦਰਤੀ ਆਫਤ ਹੈ, ਸਾਨੂੰ ਪਤਾ ਹੈ ਸਾਡੇ ਬੱਚਿਆਂ ਲਈ ਜੋ ਪੜ੍ਹਾਈ ਕਰਨਾ ਕਿੰਨਾ ਮੁਸ਼ਕਲ ਹੈ। ਘਰਾਂ ਦੇ ਵਿੱਚ ਬੱਚੇ ਬੈਠੇ ਹੋਏ ਹਨ, ਆਨਲਾਈਨ ਸਟੱਡੀ ਹੋ ਰਹੀ ਹੈ, ਮੁਸ਼ਕਲ ਹੈ ਸਾਡੇ ਲਈ। ਲੇਕਿਨ ਫਿਰ ਵੀ ਅਸੀਂ ਹਰ ਤਰ੍ਹਾਂ ਦੀ ਪਰਿਸਥਿਤੀ ਦੇ ਵਿੱਚ ਹਮੇਸ਼ਾ ਸਥਿਰ ਰਹਿਣਾ ਹੈ, ਹਮੇਸ਼ਾ ਤਿਆਰ ਰਹਿਣਾ ਹੈ। ਸੁੱਖ ਅਤੇ ਦੁੱਖ ਦੋਨਾਂ ਦਾ ਕੱਲਣ ਵਾਲਾ ਪਰਮੇਸ਼ਰ ਆਪ ਹੈ। ਭੈਣਾਂ ਤੇ ਭਰਾਓ, ਹਮੇਸ਼ਾ ਪ੍ਰਭੂ ਦੇ ਨਾਲ ਜੁੜਦੇ ਰਹੋ। ਮੇਰੀ ਗੁਜ਼ਾਰਿਸ਼ ਸਾਰੇ ਬੱਚਿਆਂ ਦੇ ਅੱਗੇ ਕਿ ਆਪਣਾ ਪੜ੍ਹਾਈ ਵੱਲ ਧਿਆਨ ਦੇਵੋ, ਚੰਗੇ ਇਨਸਾਨ ਬਣ ਜਾਓ। ਜੇਕਰ ਅਸੀਂ ਬਦਲਣਾ ਚਾਹੁੰਦੇ ਆਪਣੇ ਜੀਵਨ ਦੇ ਵਿੱਚ, ਪੜ੍ਹਾਈ ਕਰੋ, ਆਪਣੇ ਜੀਵਨ ਦੇ ਵਿੱਚ ਅੱਛੇ ਪੜ੍ਹ ਜਾਓ, ਮਾਂ-ਬਾਪ ਦੀ ਸੇਵਾ ਕਰੋ। ਤੁਸੀਂ ਆਪਣੇ ਜੀਵਨ ਨੂੰ ਬਦਲ ਸਕਦੇ ਹੋ, ਤੁਸੀਂ ਬਹੁਤ ਲੋਕਾਂ ਦੇ ਜੀਵਨ ਨੂੰ ਬਦਲ ਸਕਦੇ ਹੋ। ਮੇਰੀਆਂ ਸ਼ੁਭ ਕਾਮਨਾਵਾਂ ਹਨ ਤੁਹਾਡੇ ਨਾਲ ਹਮੇਸ਼ਾ। ਮੇਰੀਆਂ ਪ੍ਰਾਰਥਨਾਵਾਂ ਹਨ ਤੁਹਾਡੇ ਲਈ ਪ੍ਰਭੂ ਦੇ ਅੱਗੇ ਕਿ ਤੁਸੀਂ ਚੰਗੇ ਇਨਸਾਨ ਬਣ ਜਾਓ। ਮੇਰੇ ਨੌਜਵਾਨ ਭੈਣ ਭਰਾ ਸਾਰੇ ਚੰਗੇ ਇਨਸਾਨ ਬਣ ਜਾਣ ਅਤੇ ਆਪਣੇ ਜੀਵਨ ਵਿੱਚ ਸਫਲਤਾ ਹਾਸਲ ਕਰਨ। ਖੁਦਾ ਸਾਨੂੰ ਬਰਕਤ ਦੇਵੇ ਅਤੇ ਪ੍ਰਾਰਥਨਾ ਕਰੀਏ ਤਾਂ ਜੋ ਦੁਨੀਆ ਦੇ ਵਿੱਚ ਇਹ ਮਹਾਮਾਰੀ ਜੋ ਖਤਮ ਹੋ ਜਾਵੇ। ਅਤੇ ਖੁਦਾ ਹਮੇਸ਼ਾ ਆਪਣੇ ਬੱਚਿਆਂ ਦੀ ਪ੍ਰਾਰਥਨਾ ਨੂੰ ਸੁਣਦਾ ਹੈ। ਹਰ ਰੋਜ਼ ਮਾਂ-ਬਾਪ ਦੇ ਨਾਲ ਮਿਲ ਕੇ ਬੱਚਿਓ ਪ੍ਰਾਰਥਨਾ ਕਰਨੀ ਹੈ। ਸਾਰੇ ਪਰਿਵਾਰ ਜੀ ਮਿਲ ਕੇ ਪ੍ਰਭੂ ਦੇ ਅੱਗੇ ਦੁਆ ਕਰੋ। ਜਿਸ ਤਰ੍ਹਾਂ ਪ੍ਰਭੂ ਨੇ ਦੱਸਿਆ ਹੈ, ਜਿੱਥੇ 2 ਜਾਂ 3 ਮੇਰੇ ਨਾਂ ਦੇ ਵਿੱਚ ਇਕੱਠੇ ਹੁੰਦੇ ਹਨ, ਮੈਂ ਉਹਨਾਂ ਦੇ ਵਿਚਕਾਰ ਹਾਜ਼ਰ ਰਹਿੰਦਾ। ਮੈਂ ਗੁਜ਼ਾਰਿਸ਼ ਕਰਦਾ ਤੁਹਾਡੇ ਸਾਰਿਆਂ ਦੇ ਅੱਗੇ ਕਿ ਆਪਣੇ ਘਰਾਂ ਦੇ ਵਿੱਚ ਪਵਿੱਤਰ ਬਾਈਬਲ ਨੂੰ ਪੜ੍ਹਨਾ, ਰੋਜ਼ ਦੀ ਮਾਲਾ ਦਾ ਜਾਪ ਕਰਨਾ ਹੈ, ਗੀਤ ਭਜਨ ਗਾਉਣੇ ਹਨ। ਦਿਨ ਦੇ ਕਿਸੇ ਵੀ ਟਾਈਮ ਕੋਸ਼ਿਸ਼ ਕਰਨੀ ਸਾਰੇ ਪਰਿਵਾਰ ਦੇ ਜੀ ਬੈਠ ਕੇ ਪ੍ਰਾਰਥਨਾ ਕਰਨ। ਇਹ ਮੇਰੀ ਗੁਜ਼ਾਰਿਸ਼ ਹੈ ਤੁਹਾਡੇ ਸਾਰਿਆਂ ਦੇ ਲਈ। ਦੇਖੋ ਸਾਡੇ ਜੀਵਨ ਵਿੱਚ ਬਹੁਤ ਸਾਰਾ ਪਰਿਵਰਤਨ ਆਵੇਗਾ। ਜਦੋਂ ਖੁਦਾ ਸਾਡੇ ਨਾਲ ਹੈ ਤਾਂ ਸਾਨੂੰ ਕੋਈ ਵੀ ਪ੍ਰਭੂ ਦੇ ਪਿਆਰ ਤੋਂ ਅਲੱਗ ਨਹੀਂ ਕਰ ਸਕਦਾ। ਖੁਦਾ ਤੁਹਾਨੂੰ ਸਾਰਿਆਂ ਨੂੰ ਜੋ ਵਚਨ ਤੁਸੀਂ ਸੁਣੇ ਹਨ, ਪੜ੍ਹਦੇ ਰਾਹੀਂ ਸੁਣਦੇ ਰਾਹੀਂ ਬਹੁਤ ਸਾਰੀਆਂ ਆਸ਼ੀਸ਼ਾਂ ਬਰਕਤਾਂ ਦੇਵੇ। ਸਾਰਿਆਂ ਨੂੰ ਜੈ ਯਿਸੂ ਮਸੀਹ ਦੀ। ਬਾਪ ਅਤੇ ਬੇਟੇ ਅਤੇ ਰੂਹ